ਤੁਸੀਂ ਮਨ ਕੀ ਬਾਤ ਦਾ ਕੀ ਮਤਲਬ ਹੈ? ਪ੍ਰਾਈਮ ਮਿਨਿਸਟਰ ਭਾਜੀ ਲੋਕਤੰਤਰ, ਲੋਕਾਂ ਤੋਂ ਚੁਣ ਕੇ ਗਏ ਹੋ, ਅਸੀਂ ਤੁਹਾਨੂੰ ਚੁਣ ਕੇ ਉੱਪਰ ਬਿਠਾਇਆ ਹੈ। ਇਹ ਕੋਈ ਤਾਨਾਸ਼ਾਹ ਨਹੀਂ, ਇਹ ਡਿਕਟੇਟਰ ਨਹੀਂ ਹੈਗਾ ਵੀ ਤੂੰ ਜਿਹੜੀ ਆ ਕੇ ਪਾਵਰ ਖੋਲੀ ਕਿਸੇ ਤੋਂ। ਜੇ ਤੁਸੀਂ ਕੋਈ ਫੈਸਲਾ ਜਲਦਬਾਜ਼ੀ 'ਚ ਲੈ ਬੈਠੇ ਹੋ, ਤੁਹਾਡੇ ਤੋਂ ਲੋਕਤੰਤਰ ਦਾ ਘਾਣ ਕੁਦਰਤੀ ਹੋ ਗਿਆ। ਰਾਜ ਸਭਾ 'ਚ ਵਾਇਸ ਵੋਟਿੰਗ ਹਾਂਜੀ ਹਾਂਜੀ ਕਰ ਦਿਓ ਤੇ ਕਿਰਪਾ ਕਰਕੇ ਫੈਸਲੇ ਨੂੰ ਦੁਬਾਰਾ ਸੋਚ ਕੇ ਇਸ ਫੈਸਲੇ ਨੂੰ ਲੈ ਲਓ। 14 ਸਾਲ ਹੋ ਗਏ, 2006 ਦੀ ਰਿਪੋਰਟ ਸਬਮਿਟ ਕੀਤੀ। ਕੀ ਗੱਲ 14 ਸਾਲ ਤੱਕ ਹਜੇ ਤੱਕ ਉਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ? ਜਿਹਦੀਆਂ ਡਾਇਰੈਕਸ਼ਨ ਸੀਗੀਆਂ ਸੈਂਟਰ ਗਵਰਨਮੈਂਟ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਵਿੱਚ ਤੁਸੀਂ 20-20 ਫੁੱਟ ਡੂੰਘੇ ਜਿਹੜੇ ਟੋਏ ਪੱਟ ਤੇ ਜੇਵੀਸੀਆਂ ਲਾਈਆਂ, ਕਿਹਦੀਆਂ ਡਾਇਰੈਕਸ਼ਨ ਸੀਗੀਆਂ? ਉਹਦੇ ਤੇ ਕਾਨੂੰਨ ਬਣਿਆ ਦੀ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984। ਕੀ ਉਹਨਾਂ ਦੀ ਧੱਜੀਆਂ ਨਹੀਂ ਉਡਾਈਆਂ ਗਈਆਂ? ਔਰ ਕਿਸੇ ਸੈਂਟਰ ਗਵਰਨਮੈਂਟ ਵੱਲੋਂ ਕਿਸੇ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਪਾਈ ਗਈ। ਕਿਸੇ ਸਟੇਟ ਗਵਰਨਮੈਂਟ ਦੇ ਐਡਮਿਨਿਸਟ੍ਰੇਟਰ ਨੂੰ, ਕਿਸੇ ਸੀਐਮ ਨੂੰ ਕਿਸੇ ਨੇ ਚਿੱਠੀ ਪੱਤਰ ਪਾ ਕੇ ਨਹੀਂ ਪੁੱਛਿਆ ਵੀ ਇਹ ਤੁਸੀਂ ਕਿਉਂ ਧੱਜੀਆਂ ਉਡਾਈਆਂ। ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ। ਤਿੰਨੇ ਬਿੱਲਾਂ ਦੀ ਸ਼ੁਰੂਆਤ ਤਾਂ ਤੁਸੀਂ ਕਰ ਰਹੇ ਹੋ ਫਾਰਮਰਸ ਦੇ ਨਾਮ ਤੇ। ਤਾਂ ਹੈ ਕੀ ਇਹ? ਤਿੰਨੇ ਬਿੱਲ ਹੀ ਫਾਰਮਰਸ ਦੇ ਅਗੇਂਸਟ ਨੇ। ਇਹਦਾ ਨਾਮ ਬਦਲ ਕੇ ਤੁਸੀਂ ਕਾਰਪੋਰੇਟ ਸੈਕਟਰ ਤੋਂ ਕਿਉਂ ਨਹੀਂ ਰੱਖਦੇ? ਦਿੱਲੀ ਦੀਆਂ ਬਰੂਹਾਂ ਤੇ ਬੈਠੇ ਕਿਸਾਨਾਂ ਨੂੰ ਦੇਖ ਕੇ ਬੇਸ਼ੱਕ ਹੀ ਕੇਂਦਰ ਦਾ ਵਹਿਮ ਹੁਣ ਦੂਰ ਹੋ ਗਿਆ ਹੋਵੇਗਾ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਜੇਕਰ ਵਹਿਮ ਦੂਰ ਨਹੀਂ ਹੋਇਆ ਤਾਂ ਹੁਣ ਬਾਕੀ ਜਿਹੜਾ ਭਾਈਚਾਰਾ ਪੰਜਾਬ ਦੇ ਵਿੱਚ ਬੈਠਾ ਹੈ ਉਹ ਵੀ ਤਿਆਰ ਹੈ ਵਹਿਮ ਕੱਢਣ ਦੇ ਲਈ। ਸਾਡੇ ਨਾਲ ਇਸ ਵੇਲੇ ਜਵੈਲਰਸ ਐਸੋਸੀਏਸ਼ਨ ਪੰਜਾਬ ਤੇ ਮੋਹਤਵਾਰ ਜੋ ਸੱਜਣ ਨੇ ਉਹ ਸਾਰੇ ਮੌਜੂਦ ਨੇ। ਨਾਲ ਐਡਵੋਕੇਟ ਘੁੰਮਣ ਬ੍ਰਦਰਸ ਵੀ ਖੜੇ ਨੇ। ਗੱਲਬਾਤ ਕਰਾਂਗੇ ਕਿਉਂਕਿ ਇੱਕ ਵੱਡਾ ਹੁੰਗਾਰਾ ਇਹਨਾਂ ਨੇ ਕਿਹਾ ਹੈ ਕਿ ਜੇ ਗੱਲ ਨਹੀਂ ਬਣਦੀ ਤਾਂ ਅਸੀਂ ਵੀ ਤਿਆਰ ਹਾਂ, ਅਸੀਂ ਵੀ ਜਾਵਾਂਗੇ, ਚਾਹੇ ਕੁੰਡਲੀ ਹੋਵੇ, ਚਾਹੇ ਸਿੰਘੂ ਹੋਵੇ, ਚਾਹੇ ਟਿੱਕਰੀ ਹੋਵੇ, ਅਸੀਂ ਜਾ ਕੇ ਬੈਠਾਂਗੇ ਤੇ ਦੱਸਾਂਗੇ ਕਿ ਮੋਢੇ ਨਾਲ ਮੋਢਾ ਲਾ ਕੇ ਅਸੀਂ ਤੁਹਾਡੇ ਨਾਲ ਖੜੇ ਹਾਂ। ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭਾਈ, ਬਹੁਤ ਸਵਾਗਤ ਹੈ। ਹਾਂਜੀ, ਦੇਖੋ ਮੈਂ ਠਾਕੁਰ ਸਾਹਿਬ ਬਹੁਤ ਧੰਨਵਾਦ ਕਰਦਾ। ਦੇਖੋ ਅੱਜ ਮੈਂ ਕੱਲ ਪਰਸੋਂ ਦਿੱਲੀ ਗਿਆ ਤਾਂ ਮੇਰੀ ਉੱਥੇ ਇੱਕ ਵੱਡੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ। ਉਸ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਤੇ ਬ੍ਰਦਰ ਨੇ ਇੱਕ ਰਿਕੁਐਸਟ ਕੀਤੀ ਆਪਣੇ ਪੰਜਾਬ ਦੇ ਵਪਾਰੀ ਵਰਗ ਨੂੰ, ਆਪਣੇ ਪੰਜਾਬ ਦੇ ਹਿੰਦੂ ਭਰਾਵਾਂ ਨੂੰ, ਮੁਸਲਮਾਨ ਭਰਾਵਾਂ ਨੂੰ, ਈਸਾਈ ਭਰਾਵਾਂ ਨੂੰ, ਬਾਕੀ ਦੇ ਜਥੇਬੰਦੀਆਂ ਜਿਹੜੀਆਂ ਕਿਸਾਨੀ ਨਾਲ ਨਹੀਂ ਰੱਖਦੀਆਂ, ਵੀ ਅਲਟੀਮੇਟ ਜਿਹੜਾ ਸਫਰਰ ਹੋਣਾ ਨਾ ਉਹ ਆਪਾਂ ਸਾਰੇ ਹੋਵਾਂਗੇ। ਵੀ ਜੇ ਕਿਸਾਨ ਮਰ ਗਿਆ ਸਾਡੇ ਦੇਸ਼ ਦਾ, ਦੇਖੋ ਸੁਸਾਈਡ ਤਾਂ ਪਹਿਲਾਂ ਹੀ ਹੋ ਰਹੇ ਨੇ। ਔਰ ਇੰਡੀਆ ਜਿੱਥੇ ਅਸੀਂ ਰਹਿ ਰਹੇ ਹਾਂ ਇਹ ਐਗਰੀਕਲਚਰ ਬੇਸਡ ਸਟੇਟ ਹੈ, ਖੇਤੀਬਾੜੀ ਮੁੱਖ ਧੰਦਾ ਹੈ। ਸੋ ਸਾਨੂੰ ਉਸ ਦਿਨ ਮੈਂ ਰਿਕੁਐਸਟ ਕੀਤੀ ਕਿ ਸਾਡੇ ਵਪਾਰੀ ਵਰਗ, ਸਾਡੇ ਸਵਰਨਕਰ ਸੰਘ, ਸਾਡੇ ਹੋਰ ਜਿਹੜੇ ਧੰਦੇ ਭਾਜੀ ਭਾਵੇਂ ਫੈਕਟਰੀ ਚਲਾਉਂਦਾ, ਕੋਈ ਇੰਡਸਟਰੀ ਚਲਾਉਂਦਾ ਆਪਣੇ ਲੈਵਲ 'ਤੇ, ਵੀ ਉਹ ਵੀ ਸਾਥ ਦਿਓ। ਪਰ ਅੱਜ ਮੇਰੇ ਲਈ ਵੱਡੀ ਖੁਸ਼ੀ ਉਦੋਂ ਨਿਕਲੀ ਜਦੋਂ ਸਾਨੂੰ ਸਵਰਨਕਰ ਸੰਘ ਪੰਜਾਬ ਦੇ ਵਾਈਸ ਪ੍ਰਧਾਨ, ਜਵੈਲਰਸ ਐਸੋਸੀਏਸ਼ਨ ਸਰਹੰਦ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵੱਲੋਂ ਸਾਡੇ ਨਾਲ ਸਾਡੇ ਭਰਾ ਖੜੇ ਨੇ ਕਿ ਵਕੀਲ ਸਾਹਿਬ ਸਾਨੂੰ ਵੀ ਤੁਸੀਂ ਜਿਸ ਦਿਨ ਜਾਣਾ ਹੋਇਆ ਸਾਨੂੰ ਦੱਸ ਦਿਓ, ਅਸੀਂ ਤੁਹਾਡੇ ਨਾਲ ਦਿੱਲੀ ਕੂਚ ਕਰਨੀ ਹੈ। ਇਹ ਨੁਕਸਾਨ ਨੂੰ ਇਹ ਨਾ ਸਮਝੋ ਇਹ ਲੜਾਈ ਤੁਹਾਡੇ ਇਕੱਲਿਆਂ ਦੀ ਨਹੀਂ, ਇਹ ਲੜਾਈ ਆਪਣੀ ਸਾਰਿਆਂ ਦੀ ਸਾਂਝੀ ਹੈ। ਠਾਕੁਰ ਸਾਹਿਬ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵਧਾਈ ਦੇ ਤਾਂ ਪਾਤਰ ਹੈ ਹੀ ਹੈ ਨੇ। ਚਲੋ ਆਪਣੇ ਲੈਵਲ 'ਤੇ ਗੱਲ ਦੱਸਣਗੇ ਕਿਉਂਕਿ ਇੰਪੈਕਟ ਅੱਜ ਨਹੀਂ, ਕੱਲ੍ਹ ਨਹੀਂ, ਪਰਸੋਂ ਨਹੀਂ, ਉਹ ਆਉਣਾ ਹੀ ਆਉਣਾ ਹੈ। ਸੋ ਮੈਂ ਇੱਕ ਜਿਹੜੀ ਵੱਡੀ ਮੈਂ ਤੁਹਾਡੇ ਮਾਧਿਅਮ ਰਾਹੀਂ ਗੱਲ ਕਰਨੀ ਚਾਹੁੰਦਾ ਉਹ ਇਹ ਹੈ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਸਾਡੇ ਦੇਸ਼ ਦੇ ਚੁਣੇ ਹੋਏ ਨੇ। ਸਾਡੀ ਰਿਸਪੈਕਟ ਕਰਨਾ ਸਾਡੇ ਜਨਰਲ ਪਬਲਿਕ ਦਾ ਸਾਡਾ ਫਰਜ਼ ਬਣਦਾ ਹੈ ਵੀ ਅਸੀਂ ਮਾਣਯੋਗ ਪ੍ਰਧਾਨ ਮੰਤਰੀ ਦੇ ਹਰ ਕਦਮ ਨੂੰ ਅਸੀਂ ਸਿਰ ਝੁਕਾ ਕੇ ਉਹਨੂੰ ਮੰਨੀਏ ਅਤੇ ਅਸੀਂ ਉਹਨਾਂ ਦਾ ਜੋ ਵੀ ਹੈਗਾ ਅਸੀਂ ਕਰੀਏ। ਪਰ ਜਿੱਥੇ ਸਾਡਾ ਇਹ ਫਰਜ਼ ਬਣਦਾ ਉੱਥੇ ਇੱਕ ਫਰਜ਼ ਉਹਨਾਂ ਦਾ ਵੀ ਬਣਦਾ ਹੈ ਬਈ ਉਹ ਜੇ ਕੋਈ ਫੈਸਲਾ ਜਲਦਬਾਜ਼ੀ 'ਚ ਜਾਂ ਕਿਸੇ ਕਾਰਪੋਰੇਟ ਘਰਾਣਿਆਂ ਦੇ ਕਰਕੇ ਕਰ ਬੈਠੇ ਨੇ ਤਾਂ ਇੱਕ ਵਾਰੀ ਰੀਕਨਸੀਡਰ ਘਰ ਦੇ ਵਿੱਚ ਜੇ ਕੋਈ ਵੱਡਾ ਵਿਅਕਤੀ ਫੈਸਲਾ ਲੈ ਲੈਂਦਾ ਨਾ ਠਾਕੁਰ ਸਾਹਿਬ, ਤਾਂ ਆਪਾਂ ਬਾਕੀ ਦੇ ਜੀ ਕਹਿੰਦੇ ਹਾਂ ਕਿ ਫਾਦਰ ਸਾਹਿਬ ਇਸ ਚੀਜ਼ ਬਾਰੇ ਸੋਚੋ, ਤਾਂ ਉਹ ਡੈਫੀਨੇਟਲੀ ਉਸ ਫੈਸਲੇ ਨੂੰ ਦੁਬਾਰਾ ਸੋਚ। ਇਹ ਨਹੀਂ ਵੀ ਉਹ ਮੈਂ ਤਾਂ ਹੁਣ ਜਿਹੜਾ ਲੈ ਲਿਆ ਉਹ ਫਾਈਨਲ ਲੈ ਲਿਆ। ਸੋ ਮੈਂ ਇੱਥੇ ਆ ਕੇ ਗੱਲ ਕਰਦਾ ਵੀ ਅੱਜ ਦੇਖੋ 36 ਦਿਨ ਹੋ ਗਏ ਨੇ ਕਿਸਾਨਾਂ ਨੂੰ ਇੱਥੇ ਅਸੀਂ ਖੜ੍ਹੇ ਸੀ, ਠੰਡ ਲੱਗ ਰਹੀ ਹੈ ਹੈ ਨਾ। ਪਰ ਮੈਂ ਇਹ ਕਹਿੰਦਾ ਕਿ ਜਿਹੜੇ ਕਿਸਾਨ ਭਾਜੀ ਪੰਜਾਬ ਦੇ ਵਿੱਚ ਫਰੀ ਕੋਈ ਨਹੀਂ, ਵਿਹਲਾ ਕੋਈ ਨਹੀਂ, ਜਿਹੜਾ ਘਰ ਛੱਡ ਕੇ ਸਭ ਉੱਥੇ ਬੈਠੇ ਨੇ, ਤਾਂ ਉੱਥੋਂ ਜਿੱਥੇ ਬੈਠੇ ਨੇ ਉੱਥੋਂ ਭਾਜੀ 25 ਕਿਲੋਮੀਟਰ 'ਤੇ ਸਿਰਫ ਜਿਹੜਾ ਪ੍ਰਧਾਨ ਮੰਤਰੀ PM ਆਫਿਸ ਵੀ ਹੈ, ਸਾਡੀ ਸੁਪਰੀਮ ਕੋਰਟ ਆਫ ਇੰਡੀਆ ਦੀ ਔਰ ਪਾਰਲੀਮੈਂਟ ਹੈ। ਸੋ ਇਹ ਹੁਣ ਪ੍ਰਧਾਨ ਮੰਤਰੀ ਸਾਹਿਬ ਨੂੰ ਇਸ ਚੀਜ਼ ਬਾਰੇ ਫੈਸਲਾ ਜਿਹੜਾ ਹੈ ਉਹ ਕਿਸਾਨ ਦੇ ਲਈ ਉਹ ਲੈਣਾ ਚਾਹੀਦਾ ਹੈ। ਅਸੀਂ ਦੇਖੋ ਅਸੀਂ ਦੇਸ਼ ਦਾ ਅਟੁੱਟ ਅੰਗ ਹੈ ਪੰਜਾਬ।
ਆਪਾਂ ਨਿਰਾਸ਼ ਨਾ ਕਰੀਏ। ਪੰਜਾਬੀਆਂ ਦੀ ਆਸ ਹੈ ਵਰਲਡ ਤੱਕ। ਦੇਖੋ ਪੰਜਾਬੀ ਸਾਰੇ ਪੰਜਾਬੀ ਖਲੋਤੇ ਆ, ਠੀਕ ਹੈ। ਡਟ ਕੇ ਦੇਖੋ, ਪੰਜਾਬੀ ਲੜਾਈ ਦੇ ਵਿੱਚ ਵੀ ਕਦੀ ਪਿੱਛੇ ਨਹੀਂ ਜਾਂਦੇ। ਪੰਜਾਬੀ ਹਰ ਕੰਮ ਦੇ ਵਿੱਚ ਆਪਾਂ ਦੇਸ਼ ਦੇ ਪਿੱਛੇ, ਸਾਡੇ ਦੇਸ਼ ਵੱਲ ਕੋਈ ਤੱਕ ਕੇ ਵੇਖੇ, ਅਸੀਂ ਉਸ ਬੰਦੇ ਨੂੰ ਜਿਹਨੂੰ ਕਹਿੰਦੇ ਨਹੀਂ ਗਾਟਾ ਲਾ ਦਾਂਗੇ, ਅਸੀਂ ਇੱਥੋਂ ਤੱਕ ਤਿਆਰ ਹਾਂ। ਪਰ ਸਿਰਫ ਇੱਕੋ ਹੀ ਮੰਗੇ ਸਾਨੂੰ ਪ੍ਰਧਾਨ ਮੰਤਰੀ ਜੀ ਤੋਂ, ਬਾਕੀ ਤੁਹਾਨੂੰ ਆਸਥਾ ਸਾਹਿਬ ਔਰ ਵਕੀਲ ਸਾਹਿਬ ਬੈਠੇ ਨੇ 2 ਮਿੰਟ, ਉਹ ਵੀ ਗੱਲ ਕਰਨਗੇ ਬਈ ਆਪਾਂ ਇਹਨਾਂ ਦਾ ਪੇਸ਼ੈਂਸ ਬਹੁਤ ਹੋ ਗਿਆ। ਤੁਸੀਂ ਹੁਣ ਬੱਸ ਕਰੋ, ਜਾਗ ਪਓ। 25-30 ਕਿਲੋਮੀਟਰ ਤੇ ਤੁਹਾਡਾ ਰੈਜ਼ੀਡੈਂਸ ਹੈ। ਤੁਸੀਂ ਅਣਗੌਲਿਆ ਮਨ ਕੀ ਬਾਤ ਤੁਸੀਂ ਪਰਸੋਂ ਕੀਤੀ, ਮਨ ਬੜਾ ਖਰਾਬ ਹੋਇਆ। ਤੁਸੀਂ ਮਨ ਕੀ ਬਾਤ ਦਾ ਕੀ ਮਤਲਬ ਹੈ? ਪ੍ਰਾਈਮ ਮਿਨਿਸਟਰ ਭਾਜੀ ਲੋਕਤੰਤਰ ਹੈ, ਲੋਕਾਂ ਤੋਂ ਚੁਣ ਕੇ ਗਏ ਹੋ, ਅਸੀਂ ਤੁਹਾਨੂੰ ਚੁਣ ਕੇ ਉੱਪਰ ਬਿਠਾਇਆ। ਇਹ ਕੋਈ ਤਾਨਾਸ਼ਾਹ ਨਹੀਂ, ਇਹ ਡਿਕਟੇਟਰ ਨਹੀਂ ਹੈਗਾ ਵੀ ਤੂੰ ਜਿਹੜੀ ਆ ਕੇ ਪਾਵਰ ਖੋਲੀ ਕਿਸੇ ਤੋਂ। ਇਹ ਤੁਹਾਨੂੰ ਚੁਣ ਕੇ ਭੇਜਿਆ। 3 ਸਾਲ ਰਹੋਗੇ, 4 ਸਾਲ ਬਾਅਦ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿਣਗੀਆਂ। ਸੋ ਮੇਰਾ ਸਿਰਫ ਇਹ ਹੈ ਵੀ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਵੀ ਅੱਜ ਆਪਾਂ ਇੱਥੇ ਆ ਕੇ ਬੈਠ ਗਏ ਤੇ ਹੁਣ ਆਪਾਂ ਇੱਥੋਂ ਅੱਗੇ ਪਿੱਛੇ ਨਹੀਂ ਜਾ ਸਕਦੇ। ਮੇਰਾ ਸਿਰਫ ਇੱਕੋ ਹੱਥ ਜੋੜ ਕੇ ਬੇਨਤੀ ਸੈਂਟਰ ਗੌਰਨਮੈਂਟ ਨੂੰ ਹੈ, ਬੀਜੇਪੀ ਪੰਜਾਬ ਵੀ, ਮੈਂ ਦੇਖੋ ਰਿਕੁਐਸਟ ਕਰਦਾ ਆਪਣੇ ਸਾਰੇ ਲੀਡਰ ਸਾਹਿਬਾਨ ਨੂੰ, ਬਈ ਦੇਖੋ ਕਿਸਾਨ ਜੜ ਤੁਸੀਂ ਕਹਿ ਲਓ ਵੀ ਲਾਉਂਦੇ ਆ ਦੇਸ਼ ਦੀ। ਕਿਸਾਨ ਕੋਈ ਅਮੀਰ ਨਹੀਂ, ਕੋਈ ਆਪਣੇ 'ਚ ਹੋਮੋ ਨਹੀਂ। ਜੇ ਤੁਸੀਂ ਕੋਈ ਫੈਸਲਾ ਜਲਦਬਾਜ਼ੀ 'ਚ ਲੈ ਬੈਠੇ ਹੋ, ਤੁਹਾਡੇ ਤੋਂ ਲੋਕਤੰਤਰ ਦਾ ਘਾਣ ਕੁਦਰਤੀ ਹੋ ਗਿਆ। ਰਾਜ ਸਭਾ 'ਚ ਵਾਇਸ ਵੋਟਿੰਗ ਹਾਂਜੀ ਹਾਂਜੀ ਕਰ ਦਿਓ ਤੇ ਕਿਰਪਾ ਕਰਕੇ ਫੈਸਲੇ ਨੂੰ ਦੁਬਾਰਾ ਸੋਚ ਕੇ ਇਸ ਫੈਸਲੇ ਨੂੰ ਲੈ ਲਓ। 36 ਦਿਨ ਹੋ ਗਏ ਨੇ, ਸੰਸਾਰ ਭਰ ਦੇ ਵਿੱਚ ਆਪਣਾ ਜਲੂਸ ਨਿਕਲ ਰਿਹਾ ਆਪਣੇ ਦੇਸ਼ ਦਾ ਵੀ ਜਿਹੜਾ ਫਾਰਮਰ ਹੈ ਉਹਦਾ ਪ੍ਰਧਾਨ ਮੰਤਰੀ ਭਾਜੀ ਲੋਕਾਂ ਵੱਲੋਂ ਚੁਣਿਆ, ਅਸੀਂ ਚੁਣ ਕੇ ਭੇਜੇ ਨੇ। ਅਸੀਂ ਰਿਸਪੈਕਟ ਕਰਦੇ ਹਾਂ, ਆਪਣੇ ਦੇਸ਼ ਨਾਲ ਡਟ ਕੇ ਖੜੇ ਹਾਂ, ਸਾਰੇ ਭਰਾ ਖੜੇ ਨੇ। ਜੇ ਸਾਡੀ ਜਾਨ ਵੀ ਮੰਗਣਗੇ ਨਾ ਭਾਜੀ, ਸ਼ਹਾਦਤਾਂ ਵੀ ਉੱਥੇ ਪਾਵਾਂਗੇ। ਪੰਜਾਬੀਆਂ ਦੀ ਇਹ ਤੁਸੀਂ ਜਿਹੜਾ ਪਿਛਲਾ ਇਤਿਹਾਸ ਹੈ ਉਹ ਪੜ੍ਹ ਲਓ, ਦੇਸ਼ ਲਈ ਮਰਾਂਗੇ। ਪਰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਆਪਾਂ ਨਾ ਹੋਰ ਪੇਸ਼ੈਂਟ ਚੈੱਕ ਕਰੀਏ। 30 ਜਾਨਾਂ 35 ਜਾ ਚੁੱਕੀਆਂ ਨੇ, ਹੋਰ ਨੁਕਸਾਨ ਵੀ ਹੋ ਚੁੱਕਿਆ ਹੈ। ਸੋ ਹੁਣ ਜਿਹੜਾ ਅਖੀਰ ਹੈ ਉਹ ਤੁਸੀਂ ਜਿਹੜਾ ਇਹਦਾ ਕਰ ਲਓ ਫੈਸਲਾ। ਲੇਕਿਨ ਕੇਂਦਰ ਸਰਕਾਰ ਆਪਣਾ ਪੈਰ ਪਿੱਛੇ ਖਿੱਚਦੀ ਨਜ਼ਰ ਆਉਂਦੀ ਨਹੀਂ। ਉਹ ਕਹਿੰਦੀ ਆ, ਉਹ ਹਲੇ ਵੀ ਇਹੀ ਸੋਲੇ ਗਾ ਰਹੀ ਹੈ ਕਿ ਬਿੱਲ ਤਾਂ ਹੈ ਹੀ ਬੜੇ ਸੋਹਣੇ। ਦੇਖੋ, ਮੈਂ ਠਾਕੁਰ ਸਾਹਿਬ ਸਭ ਤੋਂ ਪਹਿਲਾਂ ਮੈਂ ਕੋਟ ਧੰਨਵਾਦ ਕਰਦਾ ਜਿਹੜੇ ਸਾਡੇ ਨਾਲ ਸਾਡੇ ਭਰਾ ਖੜੇ ਨੇ। ਸਭ ਤੋਂ ਪਹਿਲਾਂ ਮੈਂ ਇਹਨਾਂ ਦਾ ਧੰਨਵਾਦ ਕਰਾਂਗਾ। ਹੁਣ ਤੱਕ ਸਾਨੂੰ ਉੱਥੇ ਅਸੀਂ ਮਸਲੇ ਖੜੇ ਕਰਦੇ ਸੀ ਕਿ ਸਾਨੂੰ ਸਾਰਿਆਂ ਦੀ ਸਪੋਰਟ ਦੀ ਲੋੜ ਹੈ। ਅੱਜ ਮੈਨੂੰ ਲੱਗਦਾ ਵੀ ਮੇਰਾ ਜਿਹੜਾ ਜਿਗਰ ਹੈ, ਜਿਹਨੂੰ ਕਹਿੰਦਾ ਮੇਰਾ 5 ਕਿਲੋ ਅੱਜ ਮੇਰਾ ਖੂਨ ਵੱਧ ਗਿਆ ਜਦੋਂ ਇਹ ਭਰਾ ਸਾਡੇ ਨਾਲ ਸਾਰੇ ਖੜੇ ਨੇ। ਔਰ ਨੰਬਰ 2, ਮੈਂ ਇੱਕ ਚੀਜ਼ ਕਹਿਣੀ ਚਾਹੁੰਦਾ, ਤੁਸੀਂ ਸਵਾਲ ਖੜਾ ਕੀਤਾ ਕੇਂਦਰ ਸਰਕਾਰ ਤੇ। ਕੇਂਦਰ ਸਰਕਾਰ ਦੀ ਮੈਂ ਇੱਥੇ ਤੁਹਾਨੂੰ ਛੋਟ ਸ਼ਬਦਾਂ ਦੇ ਵਿੱਚ ਮੈਂ ਤੁਹਾਨੂੰ ਇੱਕ ਗ੍ਰੇਟ ਫੇਲੀਅਰ ਨਲਾਇਕੀ ਮੈਂ ਤੁਹਾਨੂੰ ਦੱਸਣ ਲੱਗਾ। ਜਿਹੜੀ ਸਵਾਮੀਨਾਥਨ ਜਿਹੜੀ ਰਿਪੋਰਟ ਹੈ, ਉਹ 2004 ਦੇ ਵਿੱਚ ਜਿਹੜੀ ਸਵਾਮੀਨਾਥਨ ਰਿਪੋਰਟ ਸੀ ਉਹ ਬਣਾਈ ਗਈ ਸੀ ਸੈਂਟਰ ਗੌਰਨਮੈਂਟ ਵੱਲੋਂ। ਨੈਸ਼ਨਲ ਜਿਹੜਾ ਕਮਿਸ਼ਨ ਸੀ ਉਹ ਸਟੈਬਲਿਸ਼ ਕੀਤਾ ਗਿਆ ਸੀ, ਜਿਹਦੀ ਹੈਡਸ਼ਿਪ ਕਿਹਨੂੰ ਲਾਈ ਸੀ? ਪ੍ਰੋਫੈਸਰ MS ਸਵਾਮੀਨਾਥਨ ਜੀ ਨੂੰ ਲਾਇਆ ਗਿਆ ਸੀ। ਜਿਹਦੇ 'ਚ 2004 ਤੋਂ ਲੈ ਕੇ 2006 ਤੱਕ 5 ਰਿਪੋਰਟਾਂ ਉਹਨਾਂ ਨੇ ਸਬਮਿਟ ਕੀਤੀਆਂ ਨੇ। ਜਿਹੜੀ ਫਾਈਨਲ ਰਿਪੋਰਟ ਸੀ ਉਹ ਅਕਤੂਬਰ 2006 ਦੇ ਵਿੱਚ ਸਬਮਿਟ ਕੀਤੀ ਸੀ। ਜੇਕਰ ਇੱਕ ਸ਼ੋਰਟ ਸ਼ਬਦਾਂ ਦੇ ਵਿੱਚ ਉਹਦੀ ਰਿਕਮੈਂਡੇਸ਼ਨ ਪੜ੍ਹੀਏ ਤਾਂ ਰਿਕਮੈਂਡੇਸ਼ਨ ਕੀ ਹੈ? ਵੀ ਜਿੱਥੇ ਵੀ ਫਾਰਮਰਸ ਦੇ ਸੁਸਾਈਡ ਹੋਣਗੇ ਉੱਥੇ ਹੌਟ ਸਪੌਟ ਬਣਾਏ ਜਾਣਗੇ। ਸਾਡਾ ਸਟੇਟ ਆਫ ਪੰਜਾਬ ਉਹ ਹੈ ਜਿੱਥੇ ਮਾਨਸਾ, ਤੁਹਾਡੀ ਜਿਹੜੀ ਸੰਗਰੂਰ, ਸੁਨਾਮ, ਜਿੱਥੇ ਲੱਖਾਂ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਜਿਹੜੇ ਫਾਰਮਰਸ ਨੇ ਉਹਨਾਂ ਨੇ ਸੁਸਾਈਡ ਕੀਤਾ। ਕੀ ਕਿਸੇ ਨੇ ਹੌਟ ਸਪੌਟ ਸਾਡੇ ਉੱਥੇ ਬਣਾਇਆ? ਸਾਡੇ ਨਾਲ ਨਹੀਂ ਬਣਾਇਆ। ਫਿਰ ਉਹਦੇ 'ਚ ਰਿਕਮੈਂਡੇਸ਼ਨ ਕੀ ਸੀ ਕਿ ਜਿਹੜੀਆਂ ਫਸਲਾਂ ਨੇ, ਫਸਲਾਂ ਦੀ ਅਸੀਂ ਇੰਸ਼ੋਰੈਂਸ ਕਰਾਂਗੇ। ਕੀ ਸਾਡੀਆਂ ਜਿਹੜੀਆਂ ਫਸਲਾਂ ਨੇ, ਤੁਸੀਂ ਨੈਚੁਰਲ ਕਲੈਮਿਟੀਜ਼ ਦੀ ਆਈ ਵਾਰ ਸ਼ਿਕਾਰ ਹੁੰਦੀਆਂ ਨੇ, ਫਸਲਾਂ ਸਾਡੀਆਂ ਤਬਾਹ ਹੋ ਜਾਂਦੀਆਂ ਨੇ, ਕਦੀ ਕਿਸੇ ਨੇ ਸਾਡਾ ਕੀਤਾ? ਸਾਡੀ ਕੋਈ ਇੰਸ਼ੋਰੈਂਸ, ਕਿਸੇ ਕਵਰ ਨੋਟ ਮਿਲੀ? ਸਾਡੀ ਨਹੀਂ ਮਿਲੀ। ਸੋ ਸਾਡਾ ਕਹਿਣ ਤੋਂ ਭਾਵੇਂ ਫਿਰ ਉਹਦੇ 'ਚ ਇੱਕ ਸਭ ਤੋਂ ਵੱਡੀ ਰਿਕਮੈਂਡੇਸ਼ਨ ਕੀ ਹੈ, ਜਿਹਦਾ ਹੁਣ ਸਭ ਤੋਂ ਵੱਧ ਰੌਲਾ ਹੈ, ਜਿਹੜੀ ਇਹਨਾਂ ਨੇ MSP ਚੁੱਕਤੀ। ਉਹ ਕਹਿੰਦੇ ਕਿ ਜੇਕਰ MSP ਤੁਸੀਂ ਫਿੱਟ ਕਰਨੀ ਹੈ ਤਾਂ ਜਿਹੜੀ ਐਵਰੇਜ ਕੋਸਟ ਆਫ ਪ੍ਰੋਡਕਸ਼ਨ ਹੈ ਉਹਦੇ ਤੋਂ 50% ਅਬਵ ਫਿਕਸ ਕਰੋ। ਸੋ ਸਾਡਾ ਜਿਹੜਾ ਬੇਸਿਕ ਹੈ, ਜਿਹੜਾ ਮੇਰਾ ਕਹਿਣ ਤੋਂ ਜਿੱਥੋਂ ਮੈਂ ਸਟਾਰਟ ਕੀਤਾ ਤੁਹਾਨੂੰ ਸਵਾਮੀਨਾਥਨ ਦੀ ਰਿਪੋਰਟ ਤੋਂ, ਕਿ ਲਗਭਗ 14 ਸਾਲ ਹੋ ਗਏ, 2006 ਦੀ ਰਿਪੋਰਟ ਸਬਮਿਟ ਕੀਤੀ ਹੈ। ਕੀ ਗੱਲ 14 ਸਾਲ ਤੱਕ ਹਜੇ ਤੱਕ ਉਹਦੀ ਇੰਪਲੀਮੈਂਟੇਸ਼ਨ ਕਿਉਂ ਨਹੀਂ ਹੋਈ? ਮੇਰਾ ਪੁਆਇੰਟ ਨੰਬਰ 1। ਨੰਬਰ 2, ਮੈਨੀਫੈਸਟੋ ਤੁਸੀਂ ਠਾਕੁਰ ਸਾਹਿਬ ਪੜ੍ਹੋ। ਇਹਨਾਂ ਦਾ 29 ਅਪ੍ਰੈਲ 2019 'ਚ ਤੁਸੀਂ ਮੈਨੀਫੈਸਟੋ ਪੜ੍ਹੋ, ਜਿਹੜਾ ਸਰਕਾਰ ਐਸਟੈਬਲਿਸ਼ ਕਰਨ ਤੋਂ ਪਹਿਲਾਂ ਦਾ ਮੈਨੀਫੈਸਟੋ ਹੈ। ਉਹਦੇ 'ਚ 75 ਰੈਜ਼ੋਲੂਸ਼ਨ ਨੇ ਜੀ ਉਹਦੇ ਵਿੱਚ, ਜਿਹੜੇ ਟੋਟਲ ਇਹਨਾਂ ਨੇ ਪਾਏ ਨੇ। ਰੈਜ਼ੋਲੂਸ਼ਨ ਨੰਬਰ 2 ਠਾਕੁਰ ਸਾਹਿਬ ਕੀ ਕਹਿੰਦਾ? ਰੈਜ਼ੋਲੂਸ਼ਨ ਨੰਬਰ 2 ਕਹਿੰਦਾ ਕਿ ਜੇਕਰ ਅਸੀਂ ਸਰਕਾਰ ਐਸਟੈਬਲਿਸ਼ ਕਰਦੇ ਹਾਂ ਤਾਂ ਅਸੀਂ ਜਿਹੜਾ ਮਿਨੀਮਮ ਸਪੋਰਟ ਪ੍ਰਾਈਜ਼ ਹੈ ਅਸੀਂ ਇੰਸ਼ੋਰ ਕਰਦੇ ਹਾਂ। ਸੋ ਇਹਦੇ ਤੇ ਨੰਬਰ ਆਫ ਜਜਮੈਂਟਸ ਗਾਈਡਲਾਈਨਸ ਨੇ ਸੁਪਰੀਮ ਕੋਰਟ ਦੀਆਂ, ਕਹਿੰਦੇ ਕਿ ਮੈਨੀਫੈਸਟੋ ਕਿਸੇ ਨੇ ਗਲਤ ਜਾਰੀ ਨਹੀਂ ਕਰਨਾ। ਇੱਕ ਚੀਜ਼ ਮੈਂ ਇੱਥੇ ਤੁਹਾਡੇ ਹੋਰ ਮੈਂ ਕਹਿਣੀ ਚਾਹੁੰਦਾ ਕਿ ਕਾਨੂੰਨ ਅਸੀਂ ਵੀ ਪੜ੍ਹਿਆ। ਦੇਖੋ, ਜਦੋਂ 26 ਤਰੀਕ ਨੂੰ ਸਾਡੇ ਕਿਸਾਨ ਭਰਾ ਜਦੋਂ ਅਸੀਂ ਇੱਥੋਂ ਪ੍ਰੋਸੀਡ ਕੀਤਾ ਹੈ, ਜਦੋਂ ਉਹਨਾਂ ਨੇ ਕਾਨੂੰਨ ਪਾਸ ਕੀਤੇ ਨੇ ਫਾਰਮਰਸ ਦੇ ਅਗੇਂਸਟ,
ਤਾਂ ਤੁਸੀਂ ਕਹਿ ਲਓ ਵੀ ਅਸੀਂ 2 ਮਹੀਨੇ ਇੱਥੇ ਐਜੀਟੇਸ਼ਨਸ ਕੀਤਾ, ਕਿਤੇ ਆਵਾਜ਼ ਨਹੀਂ ਸੁਣੀ। 26 ਤਰੀਕ ਨੂੰ ਜਦੋਂ ਅਸੀਂ ਗਏ ਆ, ਸ਼ੋਰਟ ਸ਼ਬਦਾਂ ਦੇ ਵਿੱਚ ਕਹਾਂਗਾ ਕਿ ਰਸਤੇ ਦੇ ਵਿੱਚ ਕਿਹਦੀਆਂ ਡਾਇਰੈਕਸ਼ਨ ਸੀਗੀਆਂ, ਸੈਂਟਰ ਗਵਰਨਮੈਂਟ ਦੀ ਜਿਹੜੀ ਪ੍ਰਾਪਰਟੀ ਹੈ ਉਹਦੇ ਵਿੱਚ ਤੁਸੀਂ 20-20 ਫੁੱਟ ਡੂੰਘੇ ਜਿਹੜੇ ਟੋਏ ਪੱਟ ਤੇ ਜੇਵੀਸੀਆਂ ਲਾਈਆਂ, ਕਿਹਦੀਆਂ ਡਾਇਰੈਕਸ਼ਨਸ ਸੀਗੀਆਂ। ਉਹਦੇ ਤੇ ਕਾਨੂੰਨ ਬਣਿਆ ਦੀ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ 1984 ਕਿ ਉਹਨਾਂ ਦੀ ਧੱਜੀਆਂ ਨਹੀਂ ਉਡਾਈਆਂ ਗਈਆਂ ਔਰ ਕਿਸੇ ਸੈਂਟਰ ਗਵਰਨਮੈਂਟ ਵੱਲੋਂ ਕਿਸੇ ਦੇ ਅਗੇਂਸਟ ਕੋਈ ਕਾਰਵਾਈ ਨਹੀਂ ਪਾਈ ਗਈ। ਕਿਸੇ ਸਟੇਟ ਗਵਰਨਮੈਂਟ ਦੇ ਐਡਮਿਨਿਸਟ੍ਰੇਟਰ ਨੂੰ, ਕਿਸੇ ਸੀਐਮ ਨੂੰ ਕਿਸੇ ਨੇ ਚਿੱਠੀ ਪੱਤਰ ਪਾ ਕੇ ਨਹੀਂ ਪੁੱਛਿਆ ਵੀ ਇਹ ਤੁਸੀਂ ਕਿਉਂ ਧੱਜੀਆਂ ਉਡਾਈਆਂ ਨੇ, ਕਿਸੇ ਦੇ ਖਿਲਾਫ ਕੋਈ ਕਾਰਵਾਈ ਨਹੀਂ। ਤੇ ਉਸ ਤੋਂ ਉੱਪਰ ਉੱਠ ਕੇ ਮੈਂ ਇਹ ਗੱਲ ਕਹਾਂਗਾ ਕਿ ਇੱਕ ਸਾਡੀ ਹੋਰ ਇੱਕ ਅਸੀਂ ਪਿੰਨ ਪੁਆਇੰਟ ਕੀਤਾ ਸੀ ਕਿ ਤਿੰਨੇ ਬਿੱਲਾਂ ਦੀ ਸ਼ੁਰੂਆਤ ਤਾਂ ਤੁਸੀਂ ਕਰ ਰਹੇ ਹੋ ਫਾਰਮਰਸ ਦੇ ਨਾਮ ਤੇ, ਤਾਂ ਹੈ ਕੀ ਇਹ ਤਿੰਨੇ ਬਿੱਲ ਹੀ ਫਾਰਮਰਸ ਦੇ ਅਗੇਂਸਟ ਨੇ। ਇਹਦਾ ਨਾਮ ਬਦਲ ਕੇ ਤੁਸੀਂ ਕਾਰਪੋਰੇਟ ਸੈਕਟਰ ਤੋਂ ਕਿਉਂ ਨਹੀਂ ਰੱਖਤਾ? ਹੈ ਤਾਂ ਐਂਟੀ ਫਾਰਮਰਸ ਨੇ, ਪ੍ਰੋ ਕਾਰਪੋਰੇਟ ਨੇ, ਤਾਂ ਇਹਨਾਂ ਦਾ ਕਿਉਂ ਨਹੀਂ ਤੁਸੀਂ ਨਾਮ ਰੱਖਿਆ? ਸੋ ਸਾਡਾ ਇੱਕ ਪ੍ਰੀਲਿਮਿਨਰੀ ਆਬਜੈਕਸ਼ਨ ਹੈ ਕਿ ਵੈਦਰ ਇਟ ਇਜ਼ ਜਸਟੀਫਾਈਡ ਟੂ ਪਾਸ or to introduce any ordinance by way of bills without consulting the ultimate sufferers। ultimate sufferers ਕੌਣ ਨੇ? ਫਾਰਮਰਸ ਵੀ ਨੇ, ਅਸੀਂ ਵੀ ਸਾਰਿਆਂ ਜੋ ਇੱਥੇ ਖੜੇ ਹਾਂ। ਸੋ ਸਾਡਾ ਇਹ ਹੈ ਕਿ ਜਿੰਨੇ ਜੋਗੇ ਵੀ ਅਸੀਂ ਹੋਵਾਂਗੇ ਅਸੀਂ ਇਹਦੀ ਲੜ ਕੇ ਅਸੀਂ ਡਟ ਕੇ ਅਸੀਂ ਲੜਾਈ ਕਰਾਂਗੇ ਤੇ ਜਿੱਥੇ ਤੱਕ ਹੋਏਗਾ ਅਸੀਂ ਇਹਦਾ ਪ੍ਰੋਪਰ ਅਸੀਂ ਅੱਜ ਧੰਨਵਾਦ ਕਰਦੇ ਹਾਂ। ਸਾਡੇ ਭਰਾ ਸਾਰੇ ਨਾਲ ਖੜੇ ਨੇ, ਸੋ ਇਹਨਾਂ ਦਾ ਅਸੀਂ ਅੱਜ ਕੋਟੇ-ਕੋਟ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਅੱਜ ਇੰਨੀ ਵੱਡੀ ਇੱਥੇ ਸਾਨੂੰ ਬਿਲਕੁਲ ਵੱਡੀ ਗੱਲ ਹੈ ਕਿਉਂਕਿ ਬਾਰ-ਬਾਰ ਕਿਹਾ ਜਾਂਦਾ ਸੀ ਵੀ ਜਿਹੜਾ ਵਪਾਰੀ ਤਬਕਾ ਹੈ ਉਹ ਨਾਲ ਖੜਿਆ ਹੈ ਕਿ ਨਹੀਂ ਖੜਿਆ, ਸਵਾਲ ਉੱਠਦੇ ਸੀ। ਸਰ ਕਿਸਾਨ ਬੈਠੇ ਨੇ, ਤਿਆਰ ਹੋ ਤੁਸੀਂ ਵੀ ਜਾਣ ਨੂੰ? ਬਿਲਕੁਲ ਤਿਆਰ ਹਾਂ ਜੀ। ਕਿਸਾਨ ਅਗਰ ਇਸ ਵੇਲੇ ਸੈਟਲ ਹੋਏਗਾ, ਸੁਖੀ ਹੋਏਗਾ, ਫਸਲ ਨੂੰ ਸਹੀ ਢੰਗ ਨਾਲ ਪੈਦਾ ਕਰਕੇ ਬਾਜ਼ਾਰ 'ਚ ਵੇਚੇਗਾ ਤਾਂ ਜਿਸ ਤਰ੍ਹਾਂ ਕਹਿੰਦੇ ਜਵਾਨੀ ਚੜ੍ਹਨ ਤੇ ਬੰਦੇ ਦੀਆਂ ਅੱਖਾਂ ਔਰ ਚਿਹਰੇ ਤੇ ਨੂਰ ਆਉਂਦਾ, ਉਸੇ ਤਰ੍ਹਾਂ ਬਾਜ਼ਾਰਾਂ ਦੇ ਵਿੱਚ ਵੀ ਨੂਰ ਆ ਜਾਂਦਾ ਕਿਉਂਕਿ ਸੇਲ ਪਰਚੇਜ ਵੱਧ ਜਾਂਦੀ ਹੈ, ਦੁਕਾਨਦਾਰ ਖੁਸ਼ ਹੋ ਜਾਂਦੇ ਨੇ, ਘਰ ਨੂੰ ਕਮਾਈ ਆਉਣੀ ਸ਼ੁਰੂ ਹੋ ਜਾਂਦੀ ਹੈ। ਅਗਰ ਕਿਸਾਨ ਕੋਲ ਪੈਸਾ ਨਹੀਂ ਆਏਗਾ, ਉਹਦੀ ਫਸਲ ਸਹੀ ਢੰਗ ਨਾਲ ਨਹੀਂ ਵਿਕੇਗੀ, ਉਹਨੂੰ ਪ੍ਰੋਪਰ ਰੇਟ ਨਹੀਂ ਮਿਲੇਗਾ ਤਾਂ ਬਾਜ਼ਾਰ ਜਿਹੜੇ ਨੇ ਜਿੱਦਾਂ ਇੱਕ ਤੂਫਾਨ ਦੀ ਤਰ੍ਹਾਂ ਸੁਸਤ ਹੋ ਜਾਂਦੇ ਨੇ, ਇਸ ਵੇਲੇ ਵੀ ਨੇ, ਅੱਗੋਂ ਵੀ ਹੋ ਜਾਣਗੇ। ਉਸ ਵੇਲੇ ਦੇਸ਼ ਨੂੰ ਬੜੀ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਫਾਈਨੈਂਸ਼ਲੀ ਤੰਗੀ ਜੋ ਦੁਕਾਨਾਂ ਵਾਲਿਆਂ ਨੂੰ ਆਈ, ਕਿਸਾਨਾਂ ਦੀ ਤੰਗੀ ਦੇ ਕਾਰਨ ਆਏਗੀ। ਤਾਂ ਮੈਂ ਹੁਣ ਵੀ ਸੈਂਟਰ ਸਰਕਾਰ ਨੂੰ ਇਹ ਰਿਕੁਐਸਟ ਕਰਦਾ ਕਿ ਹਰ ਕੀਮਤ 'ਤੇ ਇਹਨਾਂ ਦੀ ਗੱਲ ਸੁਣੀ ਜਾਏ। ਸਾਨੂੰ ਜ਼ਰੂਰਤ ਪਈ ਡਿਸਟ੍ਰਿਕਟ ਫਤਿਹਗੜ੍ਹ ਦੇ ਸਵਰਨਕਾਰ ਸੰਘ ਦੇ ਲੋਕ ਉੱਥੇ ਜਾਣਗੇ। ਮੈਂ ਪਹਿਲਾਂ ਵੀ ਆਪਣੇ ਗਰੁੱਪ ਸਵਰਨਕਾਰ ਸੰਘ ਫਤਿਹਗੜ੍ਹ ਦੇ ਵਿੱਚ ਇਹਨਾਂ ਦਾ ਸਮਰਥਨ ਪਾ ਚੁੱਕਿਆ। ਸਾਨੂੰ ਕੋਈ ਗਰੇਜ਼ ਨਹੀਂ ਉੱਥੇ ਜਾਣ 'ਚ, ਉਹਨਾਂ ਦੀ ਸਪੋਰਟ ਕਰਨ 'ਚ। ਔਰ ਮੈਂ ਫਿਰ ਦੁਬਾਰਾ ਮੰਗ ਕਰਦਾ, ਹਰ ਇਨਸਾਨ ਤੋਂ ਗਲਤੀ ਹੁੰਦੀ ਹੈ, ਜੇ ਗਲਤੀ ਨੂੰ ਦੁਬਾਰਾ ਸੋਚ ਲਿਆ ਜਾਏ, ਵਿਚਾਰ ਕਰ ਲਿਆ ਜਾਏ, ਉੱਤੇ ਸੁਧਾਰ ਕਰ ਲਿਆ ਜਾਏ ਤਾਂ ਫਿਰ ਪਰਮਾਤਮਾ ਇਸ ਗੱਲ 'ਚ ਖੁਸ਼ ਹੋ ਜਾਂਦਾ ਤੇ ਸਾਡੇ ਜਿਹੜੇ ਕਿਸਾਨ ਭਰਾ ਨੇ ਉਹ ਸਾਰੇ ਖੁਸ਼ ਹੋਣਗੇ। ਸਭ ਤੋਂ ਵੱਡੀ ਗੱਲ ਇੱਕ ਦੇਖਣ ਨੂੰ ਮਿਲੀ ਹੈ, ਹਰਿਆਣਾ, ਹਿਮਾਚਲ, ਯੂਪੀ ਦੇ ਲੋਕ ਕਿਸ ਤਰੀਕੇ ਦੇ ਨਾਲ ਇੱਕ ਕੰਬਲ 'ਚ ਦੋਵੇਂ ਜਣੇ ਸੌਂ ਰਹੇ ਨੇ, ਕੰਮ ਕਰ ਰਹੇ ਨੇ। ਛੋਟੇ ਛੋਟੇ ਬੱਚੇ ਜਿਹੜੇ ਨੇ ਉਹ ਇੱਕੋ ਤਰ੍ਹਾਂ ਦੇ ਨੇ, ਸਾਰੇ ਰਲ ਕੇ ਇਸ ਨੂੰ ਮੂਵਮੈਂਟ ਨੂੰ ਸਿਰੇ ਲਾ ਰਹੇ ਨੇ। ਮੈਂ ਸੱਚੇ ਪਾਤਸ਼ਾਹ ਅੱਗੇ ਅਰਦਾਸ ਕਰੂੰਗਾ ਇਸ ਨੂੰ ਕਿਸਾਨਾਂ ਦੀ ਮੰਗ ਨੂੰ ਮੰਨਿਆ ਜਾਣਾ ਚਾਹੀਦਾ ਔਰ ਮੋਦੀ ਸਾਹਿਬ ਨੂੰ ਇਹਦੇ 'ਚ ਦਰੁਸਤੀ ਜਲਦੀ ਤੋਂ ਜਲਦੀ ਲਿਆਉਣੀ। ਜੇ ਗਲਤੀ ਹੋਈ ਹੈ ਤਾਂ ਮੰਨਣ ਵਿੱਚ ਗੁਰੇਜ਼ ਵੀ ਕੀ ਹੈ, ਮੰਨ ਲੈਣਾ ਚਾਹੀਦਾ ਹੈ? ਬਿਲਕੁਲ ਮੰਨਣਾ ਚਾਹੀਦਾ ਜੀ। ਸਾਡੇ ਅਖਿਲ ਭਾਰਤੀ ਸਵਰਨਕਾਰ ਸੰਘ ਪੰਜਾਬ ਦੇ ਪ੍ਰਧਾਨ ਸ੍ਰੀ ਜਸ਼ਪਾਲ ਜੀ ਚੌਹਾਨ ਜੀ ਨੇ ਵੀ ਪਹਿਲਾਂ ਹੀ ਆਪਣਾ ਸਮਰਥਨ ਕਿਸਾਨ ਭਰਾਵਾਂ ਨੂੰ ਦਿੱਤਾ ਹੋਇਆ, ਕਿਸਾਨ ਸੰਘਰਸ਼ ਕਮੇਟੀ ਨੂੰ ਦਿੱਤਾ ਹੋਇਆ। ਉਸੇ ਲੜੀ ਵਿੱਚ ਅਸੀਂ ਅੱਜ ਪਰੋਂਦੇ ਹੋਏ ਘੁੰਮਣ ਬ੍ਰਦਰ ਨਾਲ ਹਮਾਇਤ ਕਰਦੇ ਹੋਏ ਇਹਨਾਂ ਦੀ ਮੰਗ ਤੇ ਅਸੀਂ ਅੱਜ ਇਹਨਾਂ ਦੇ ਨਾਲ ਖੜੇ ਹਾਂ, ਮੋਢੇ ਨਾਲ ਮੋਢਾ ਜੋੜ ਕੇ। ਇਹ ਸਾਨੂੰ ਜਿਸ ਤਰ੍ਹਾਂ ਵੀ ਕਹਿਣਗੇ ਅਸੀਂ ਇਹਨਾਂ ਦੇ ਨਾਲ ਹਾਂ। ਦਿੱਲੀ ਕਹਿਣਗੇ ਦਿੱਲੀ ਚੱਲਾਂਗੇ, ਲਾਹੌਰ ਕਹਿਣਗੇ ਲਾਹੌਰ ਚੱਲਾਂਗੇ। ਬਾਕੀ ਸਾਡੀਆਂ ਜਿਹੜੇ ਬਿਜ਼ਨਸ ਹੈ, ਸਾਡੀਆਂ ਛੋਟੀਆਂ ਮੰਡੀਆਂ ਕਿਸਾਨੀ 'ਤੇ ਹੀ ਖੜੀਆਂ। ਜੇ ਸਾਡੇ ਕਿਸਾਨ ਖੁਸ਼ ਹੈ ਤਾਂ ਅਸੀਂ ਖੁਸ਼ ਹਾਂ, ਸਾਡਾ ਪਰਿਵਾਰ ਖੁਸ਼ ਹੈ, ਸਾਡਾ ਬਿਜ਼ਨਸ ਚੱਲੇਗਾ। ਇਸ ਕਰਕੇ ਮੈਂ ਭਾਰਤੀ ਜਨਤਾ ਪਾਰਟੀ ਸਰਕਾਰ ਨੂੰ, ਮੋਦੀ ਸਾਹਿਬ ਨੂੰ ਬੇਨਤੀ ਕਰਦੇ ਹਾਂ, ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ, ਰਿਕੁਐਸਟ ਕਰਦੇ ਹਾਂ ਵੀ ਇਹਨਾਂ ਦੇ ਜਿਹੜੇ ਜਾਇਜ਼ ਮੰਗਾਂ ਮੰਨੀਆਂ ਜਾਣ। ਕੁਛ ਨਹੀਂ ਫਰਕ ਪੈਂਦਾ ਸਰਕਾਰਾਂ ਨੂੰ, ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ, ਲੇਕਿਨ ਇਹਨਾਂ ਦੀ ਜਿਹੜੀ ਜਾਇਜ਼ ਮੰਗ ਹੈ ਮੰਨੀ ਜਾਵੇ। ਇਸ ਕਰਕੇ ਅਸੀਂ ਇਹਨਾਂ ਦਾ ਸਮਰਥਨ ਕਰਦੇ ਹੋਏ ਅੱਜ ਇਹਨਾਂ ਦੀ ਹਮਾਇਤ ਦਾ ਨਾਅਰਾ ਦਿੰਦੇ ਹਾਂ। ਬਿਲਕੁਲ, ਕਿਉਂਕਿ ਮਸਲਾ ਰੋਟੀ ਦਾ ਹੈ, ਰੋਟੀ ਸਭ ਨੇ ਖਾਣੀ ਹੈ। ਰੋਟੀ ਕੀ ਵਪਾਰੀ ਕੀ ਕੋਈ ਵੀ ਬੰਦਾ, ਚਾਹੇ ਸਰਕਾਰਾਂ ਵਿੱਚ ਬੈਠਾ ਹੈ, ਚਾਹੇ ਮੰਤਰੀ ਹੈ, ਚਾਹੇ ਸੰਤਰੀ ਹੈ, ਕੋਈ ਵੀ, ਮਸਲਾ ਰੋਟੀ ਦਾ ਹੈ। ਜੇ ਰੋਟੀ ਦੇਣ ਵਾਲਾ ਕਿਸਾਨ ਹੀ ਖੁਸ਼ ਨਹੀਂ ਹੋਇਆ, ਜੇ ਉਹੀ ਰਾਤ ਨੂੰ ਭੁੱਖਾ ਸੋਇਆ, ਫਿਰ ਫਾਇਦਾ ਕੀ? ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ, ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।